ਅਯੂਬ ਦੀ ਕਿਤਾਬ। ਇਹ ਕਈ ਕਾਰਨਾਂ ਦੇ ਕਰਕੇ ਬਾਈਬਲ ਦੀ ਡੂੰਘੀ ਅਤੇ ਬਹੁਤ ਵਿਲੱਖਣ ਕਿਤਾਬ ਹੈ। ਕਹਾਣੀ ਇਸਰਾਇਲ ਤੋਂ ਬਾਹਰ ਦੂਰ ਕਿਸੇ ਊਸ ਨਾਮਕ ਇਲਾਕੇ ਦੀ ਹੈ। ਇਸ ਦਾ ਮੁੱਖ ਪਾਤਰ ਅਯੂਬ ਇੱਕ ਇਸਰਾਇਲੀ ਵੀ ਨਹੀਂ ਹੈ ਅਤੇ ਲੇਖਕ ਜੋ ਗੁਮਨਾਮ ਹੈ ਇਸ ਕਹਾਣੀ ਦੀ ਮੁੱਖ ਭੂਮਿਕਾ ਨੂੰ ਪ੍ਰਾਚੀਨ ਇਸਰਾਇਲ ਦੇ ਕਿਸੇ ਸਮੇਂ ਕਾਲ ਨਾਲ ਨਹੀਂ ਜੋੜਦਾ। ਹਾਲਾਂਕਿ ਇਹ ਸਭ ਕੁਝ ਜਾਣਬੁੱਝ ਕੇ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਲੇਖਕ ਨਹੀਂ ਚਾਹੁੰਦਾ ਕਿ ਅਸੀਂ ਇਤਿਹਾਸਿਕ ਸਵਾਲਾਂ ਵਿੱਚ ਉਲਝ ਜਾਈਏ, ਸਗੋਂ ਚਾਹੁੰਦਾ ਹੈ ਕਿ ਅਸੀਂ ਅਯੂਬ ਦੀ ਕਹਾਣੀ ਅਤੇ ਉਸ ਦੇ ਦੁੱਖਾਂ ਵਿੱਚ ਉਠਾਏ ਸਵਾਲਾਂ ਤੇ ਧਿਆਨ ਕੇਂਦਰਿਤ ਕਰੀਏ। ਅਯੂਬ ਦੀ ਕਿਤਾਬ ਬਹੁਤ ਸਪਸ਼ਟ ਸਾਹਿਤਿਕ ਰਚਨਾ ਹੈ। ਇਹ ਇੱਕ ਛੋਟੀ ਵਾਰਤਾ ਦੀ ਭੂਮਿਕਾ ਨਾਲ ਆਰੰਭ ਹੁੰਦੀ ਹੈ ਅਤੇ ਬਾਅਦ ਵਿੱਚ ਅੰਤਿਮ ਸ਼ਬਦਾਂ ਦੇ ਨਾਲ ਸਮਾਪਤ ਹੁੰਦੀ ਹੈ ਅਤੇ ਫਿਰ ਕਿਤਾਬ ਦੇ ਕੇਂਦਰੀ ਭਾਗ ਵਿੱਚ ਕਈ ਇਬਰਾਨੀ ਕਵਿਤਾਵਾਂ ਹਨ ਜੋ ਅਯੂਬ ਅਤੇ ਉਸ ਦੇ ਨਾਲ ਗੱਲਬਾਤ ਕਰਨ ਵਾਲੇ ਸਾਥੀਆਂ ਅਰਥਾਤ ਮਿੱਤਰਾਂ ਦੇ ਨਾਲ ਵਿਚਲੀ ਵਾਰਤਾ ਨੂੰ ਦਰਸਾਉਂਦੀਆਂ ਹਨ। ਇਸ ਤੋਂ ਬਾਅਦ ਇਹ ਗੱਲਬਾਤ ਪਰਮੇਸ਼ਵਰ ਦੁਆਰਾ ਅਯੂਬ ਨੂੰ ਦਿੱਤੇ ਗਏ ਕਾਵ ਸੰਦੇਸ਼ਾਂ ਦੀ ਲੜੀ ਨਾਲ ਸਮਾਪਤ ਹੋ ਜਾਂਦੀ ਹੈ। ਆਓ ਗਹਿਰਾਈ ਵਿੱਚ ਚੱਲੀਏ ਅਤੇ ਦੇਖੀਏ ਕਿ ਇਹ ਕਿਵੇਂ ਕੰਮ ਕਰਦਾ ਹੈ। ਭੂਮਿਕਾ ਸਾਡੀ ਜਾਣ ਪਛਾਣ ਅਯੂਬ ਨਾਲ ਕਰਵਾਉਂਦੀ ਹੈ ਅਤੇ ਸਾਨੂੰ ਦੱਸਿਆ ਜਾਂਦਾ ਹੈ ਕਿ ਉਹ ਇੱਕ ਖਰਾ ਅਤੇ ਧਰਮੀ ਮਨੁੱਖ ਸੀ ਜੋ ਪਰਮੇਸ਼ਵਰ ਨੂੰ ਆਦਰ ਦਿੰਦਾ ਸੀ। ਉਹ ਬਹੁਤ ਭਲਾ ਮਨੁੱਖ ਹੈ ਅਤੇ ਫਿਰ ਅਚਾਨਕ ਸਾਨੂੰ ਸਵਰਗੀ ਅਸਥਾਨਾਂ ਵਿੱਚ ਲਿਆਂਦਾ ਜਾਂਦਾ ਹੈ ਅਤੇ ਉੱਥੇ ਪਰਮੇਸ਼ਵਰ ਦਾ ਆਪਣੇ ਦੂਤਾਂ ਦੇ ਨਾਲ ਦਰਬਾਰ ਲੱਗਾ ਹੈ। ਇਹ ਪੁਰਾਣੇ ਨੇਮ ਦਾ ਬਹੁਤ ਹੀ ਆਮ ਚਿਤਰਨ ਹੈ ਜੋ ਦਿਖਾਉਂਦਾ ਹੈ ਕਿ ਪਰਮੇਸ਼ਵਰ ਸੰਸਾਰ ਕਿਵੇਂ ਚਲਾਉਂਦਾ ਹੈ ਅਤੇ ਸਵਰਗੀ ਲੋਕਾਂ ਵਿੱਚ ਸ਼ੈਤਾਨ ਨਾਮਕ ਇੱਕ ਵਿਅਕਤੀ ਹੈ ਜਿਸ ਦਾ ਇਬਰਾਨੀ ਵਿੱਚ ਅਰਥ ਦੋਸ਼ ਲਗਾਉਣ ਵਾਲਾ ਜਾਂ ਦਲੀਲ ਪੇਸ਼ ਕਰਨ ਵਾਲਾ ਹੈ। ਅਤੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਅਸੀਂ ਅਦਾਲਤ ਦਾ ਦ੍ਰਿਸ਼ ਦੇਖ ਰਹੇ ਹਾਂ। ਪਰਮੇਸ਼ਵਰ ਅਯੂਬ ਨੂੰ ਸੱਚੇ ਧਰਮੀ ਦੇ ਰੂਪ ਵਿੱਚ ਪੇਸ਼ ਕਰਦਾ ਹੈ ਅਤੇ ਫਿਰ ਦੋਸ਼ ਲਗਾਉਣ ਵਾਲਾ ਅਯੂਬ ਵਰਗੇ ਧਰਮੀ ਲੋਕਾਂ ਨੂੰ ਪਰਮੇਸ਼ਵਰ ਦੀ ਬਰਕਤ ਦੇਣ ਵਾਲੀ ਰੀਤ ਨੂੰ ਚੁਣੌਤੀ ਦਿੰਦਾ ਹੈ। ਤਾਂ ਉਸਨੇ ਆਖਿਆ, ਉਹ ਕੇਵਲ ਇਸ ਕਾਰਨ ਤੇਰਾ ਆਦਰ ਕਰਦਾ ਹੈ, ਤੂੰ ਉਸ ਨੂੰ ਬਰਕਤ ਦੇ ਛੱਡੀ ਹੈ। ਜਦੋਂ ਅਯੂਬ ਤੇ ਦੁੱਖ ਤਕਲੀਫ ਆਵੇਗੀ ਉਸ ਸਮੇਂ ਪਤਾ ਲੱਗੇਗਾ ਕਿ ਉਹ ਸੱਚਮੁੱਚ ਕਿੰਨਾ ਧਰਮੀ ਹੈ। ਅਤੇ ਫਿਰ ਪਰਮੇਸ਼ਵਰ ਦੋਸ਼ ਲਗਾਉਣ ਵਾਲੇ ਨੂੰ ਅਯੂਬ ਤੇ ਦੁੱਖ ਲਿਆਉਣ ਦੀ ਸਹਿਮਤੀ ਦੇ ਦਿੰਦਾ ਹੈ। ਹੁਣ ਕਹਾਣੀ ਦੇ ਇਸ ਬਿੰਦੂ ਤੇ ਸਾਡੇ ਵਿੱਚੋਂ ਜ਼ਿਆਦਾਤਰ ਕਹਿਣਗੇ ਕਿ ਪਰਮੇਸ਼ਵਰ ਨੇ ਅਜਿਹਾ ਕਿਉਂ ਕੀਤਾ, ਅਤੇ ਫਿਰ ਅਸੀਂ ਕਲਪਨਾ ਕਰਦੇ ਹਾਂ ਕਿ ਇਹ ਕਿਤਾਬ ਇਸ ਸਵਾਲ ਦਾ ਜਵਾਬ ਦੇਵੇਗੀ ਕਿ ਪਰਮੇਸ਼ਵਰ ਚੰਗੇ ਲੋਕਾਂ ਨੂੰ ਦੁੱਖ ਕਿਉਂ ਭੋਗਣ ਦਿੰਦਾ ਹੈ। ਪਰ ਜਿਵੇਂ-ਜਿਵੇਂ ਤੁਸੀਂ ਕਿਤਾਬ ਨੂੰ ਪੜ੍ਹਦੇ ਜਾਂਦੇ ਹੋ, ਕਿਤਾਬ ਉਸ ਸਵਾਲ ਦਾ ਜਵਾਬ ਨਹੀਂ ਦਿੰਦੀ। ਕਿਤਾਬ ਵਿੱਚ ਕਿਸੇ ਵੀ ਜਗ੍ਹਾ ਤੇ ਇਸ ਦਾ ਜਵਾਬ ਨਹੀਂ ਹੈ। ਭੂਮਿਕਾ ਉਹਨਾਂ ਅਸਲ ਸਵਾਲਾਂ ਦੀ ਤਹਿ ਤਿਆਰ ਕਰਦੀ ਹੈ ਜਿਨ੍ਹਾਂ ਦਾ ਉੱਤਰ ਇਹ ਕਿਤਾਬ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਪਰਮੇਸ਼ਵਰ ਦੇ ਨਿਆਂ ਦੇ ਬਾਰੇ ਸਵਾਲਾਂ ਅਤੇ ਇਹ ਕਿ ਪਰਮੇਸ਼ਵਰ ਨਿਆਂ ਦੇ ਸਖਤ ਸਿਧਾਂਤ ਨਾਲ ਇਸ ਸੰਸਾਰ ਨੂੰ ਚਲਾਉਂਦਾ ਹੈ ਜਾਂ ਨਹੀਂ। ਅਤੇ ਇਹਨਾਂ ਸਵਾਲਾਂ ਦੇ ਜਵਾਬ ਸ਼ੁਰੂਆਤ ਵਿੱਚ ਨਹੀਂ ਮਿਲਦੇ, ਸਗੋਂ ਉਦੋਂ ਮਿਲਦੇ ਹਨ ਜਦੋਂ ਤੁਸੀਂ ਕਿਤਾਬ ਨੂੰ ਅੰਤ ਤੱਕ ਪੜ੍ਹਦੇ ਹੋ। ਅਯੂਬ ਦੇ ਦੁੱਖ ਸਹਿਣ ਦਾ ਮੁੱਖ ਕਾਰਨ ਕਦੀ ਪ੍ਰਗਟ ਨਹੀਂ ਹੁੰਦਾ। ਫਿਰ ਭੂਮਿਕਾ ਦੀ ਸਮਾਪਤੀ ਦੁੱਖ ਭੋਗਣ ਵਾਲੇ ਅਤੇ ਪਰੇਸ਼ਾਨ ਅਯੂਬ ਦੇ ਨਾਲ ਹੁੰਦੀ ਹੈ ਜਿਸ ਨੂੰ ਉਸ ਦੀ ਪਤਨੀ ਝਿੜਕਦੀ ਹੈ ਅਤੇ ਫਿਰ ਉਸ ਦੇ ਕੋਲ ਉਸ ਦੇ 3 ਮਿੱਤਰ ਹੁੰਦੇ ਹਨ ਜੋ ਉਸ ਨੂੰ ਗਿਆਨ ਅਤੇ ਸਲਾਹ ਦੇਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੇ ਨਾਮ ਅਲੀਫਜ਼ ਤਿਮਾਨੀ, ਬਿਲਦਦ ਸ਼ੂਹੀ ਅਤੇ ਸੋਫਰ ਨਮਾਤੀ ਹਨ। ਅਯੂਬ ਦੀ ਤਰ੍ਹਾਂ ਉਹ ਸਭ ਵੀ ਗੈਰ ਇਸਰਾਇਲੀ ਹਨ। ਉਹ ਪਰਮੇਸ਼ਵਰ ਅਤੇ ਮਨੁੱਖੀ ਜੀਵਨ ਵਿੱਚ ਦੁੱਖ ਉੱਤੇ ਪ੍ਰਾਚੀਨ ਮੱਧ ਪੂਰਬੀ ਸੋਚ ਦੀ ਸਭ ਤੋਂ ਵਧੀਆ ਨੁਮਾਇੰਦਗੀ ਕਰਦੇ ਹਨ ਅਤੇ ਇਹ ਸਾਨੂੰ ਕਿਤਾਬ ਦੇ ਮੁੱਖ ਭਾਗ ਵਿੱਚ ਲੈ ਜਾਂਦਾ ਹੈ। ਸਭ ਤੋਂ ਪਹਿਲਾਂ ਅਯੂਬ ਬੋਲਦਾ ਹੈ ਅਤੇ ਕਿਤਾਬ ਦਾ ਇਹ ਭਾਗ ਇਸੇ ਤਰ੍ਹਾਂ ਚੱਲਦਾ ਹੈ। ਸਭ ਤੋਂ ਪਹਿਲਾਂ ਅਯੂਬ ਬੋਲਦਾ ਹੈ ਅਤੇ ਫਿਰ ਉਸ ਦਾ ਇੱਕ ਮਿੱਤਰ ਜਵਾਬ ਵਿੱਚ ਕੁਝ ਬੋਲਦਾ ਹੈ। ਫਿਰ ਅਯੂਬ ਉਸ ਮਿੱਤਰ ਨੂੰ ਜਵਾਬ ਦਿੰਦਾ ਹੈ ਅਤੇ ਫਿਰ ਦੂਸਰਾ ਮਿੱਤਰ ਅਯੂਬ ਦੀ ਪ੍ਰਤੀਕਿਰਿਆ ਦਾ ਜਵਾਬ ਦਿੰਦਾ ਹੈ ਅਤੇ ਫਿਰ ਇਸੇ ਤਰ੍ਹਾਂ ਇਹ 3 ਚੱਕਰਾਂ ਵਿੱਚ ਚੱਲਦਾ ਹੈ। ਇਹ ਪੂਰਾ ਵਾਦ ਵਿਵਾਦ 3 ਸਵਾਲਾਂ ਤੇ ਕੇਂਦਰਿਤ ਹੈ ਕਿ ਪਰਮੇਸ਼ਵਰ ਸੱਚਾ ਨਿਆਂਕਾਰ ਹੈ ਅਤੇ ਕੀ ਪਰਮੇਸ਼ਵਰ ਸੰਸਾਰ ਨੂੰ ਨਿਆਂ ਦੇ ਸਖਤ ਸਿਧਾਂਤ ਨਾਲ ਚਲਾਉਂਦਾ ਹੈ, ਅਤੇ ਜੇਕਰ ਇਹ ਇਸੇ ਤਰ੍ਹਾਂ ਹੈ ਤਾਂ ਫਿਰ ਅਯੂਬ ਦੇ ਦੁੱਖਾਂ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ। ਅਤੇ ਜਿਸ ਤਰ੍ਹਾਂ ਅਸੀਂ ਅੱਗੇ ਵੇਖਾਂਗੇ, ਅਯੂਬ ਅਤੇ ਉਸ ਦੇ ਮਿੱਤਰ ਇਸ ਵਿਸ਼ੇ ਤੇ ਵੱਡੇ ਅਨੁਮਾਨ ਲਗਾਉਂਦੇ ਹਨ ਕਿ ਪਰਮੇਸ਼ਵਰ ਦਾ ਨਿਆਂ ਸੰਸਾਰ ਵਿੱਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਅਰਥਾਤ ਇਸ ਜਗਤ ਵਿੱਚ ਜੋ ਕੁਝ ਵੀ ਹੁੰਦਾ ਹੈ ਉਸ ਨੂੰ ਨਿਆਂ ਦੇ ਸਖਤ ਸਿਧਾਂਤ ਅਨੁਸਾਰ ਚੱਲਣਾ ਚਾਹੀਦਾ ਹੈ। ਮਤਲਬ ਜੇਕਰ ਤੁਸੀਂ ਬੁੱਧੀਮਾਨ ਅਤੇ ਚੰਗੇ ਆਦਮੀ ਹੋ ਤੇ ਤੁਸੀਂ ਪਰਮੇਸ਼ਵਰ ਦਾ ਆਦਰ ਕਰਦੇ ਹੋ ਤਾਂ ਤੁਹਾਡੇ ਨਾਲ ਭਲਾ ਹੋਵੇਗਾ, ਪਰਮੇਸ਼ਵਰ ਤੁਹਾਨੂੰ ਪ੍ਰਤੀਫਲ ਦੇਵੇਗਾ। ਪਰ ਜੇਕਰ ਤੁਸੀਂ ਬੁਰੇ ਅਤੇ ਮੂਰਖ ਹੋ ਅਤੇ ਪਾਪ ਕਰਦੇ ਹੋ ਤਾਂ ਤੁਹਾਡੇ ਨਾਲ ਬੁਰਾ ਹੋਵੇਗਾ, ਪਰਮੇਸ਼ਵਰ ਤੈਨੂੰ ਦੰਡ ਦੇਵੇਗਾ। ਹੁਣ ਆਪਣੇ ਵਾਕਾਂ ਵਿੱਚ ਅਯੂਬ ਦੀ ਲਗਾਤਾਰ ਦਲੀਲ ਇਹ ਹੈ, ਸਭ ਤੋਂ ਪਹਿਲਾਂ ਉਹ ਨਿਰਦੋਸ਼ ਹੈ ਅਤੇ ਇਸ ਦਾ ਅਰਥ ਇਹ ਹੈ ਉਸ ਦਾ ਦੁੱਖ ਰੱਬੀ ਦੰਡ ਨਹੀਂ ਹੈ। ਹੁਣ ਅਸੀਂ ਭੂਮਿਕਾ ਤੋਂ ਇਹ ਜਾਣਦੇ ਹਾਂ ਕਿ ਇਹ ਦੋਵੇਂ ਗੱਲਾਂ ਸੱਚੀਆਂ ਹਨ। ਯਾਦ ਰੱਖੋ, ਪਰਮੇਸ਼ਵਰ ਨੇ ਖੁਦ ਕਿਹਾ ਸੀ ਕਿ ਅਯੂਬ ਧਰਮੀ ਅਤੇ ਨਿਰਦੋਸ਼ ਹੈ ਅਤੇ ਇਸ ਲਈ ਆਖਿਰਕਾਰ ਅਯੂਬ ਪਰਮੇਸ਼ਵਰ ਤੇ ਦੋਸ਼ ਲਗਾ ਕੇ ਆਪਣੀ ਦਲੀਲ ਸਮਾਪਤ ਕਰਦਾ ਹੈ। ਪਰਮੇਸ਼ਵਰ ਜਾਂ ਤਾਂ ਨਿਆਂ ਦੇ ਅਨੁਸਾਰ ਸੰਸਾਰ ਨੂੰ ਨਹੀਂ ਚਲਾਉਂਦਾ ਜਾਂ ਇਸ ਤੋਂ ਬੁਰਾ
ਪਰਮੇਸ਼ਵਰ ਖੁਦ ਕੁਨਿਆਈ ਹੈ। ਦੂਸਰੇ ਪਾਸੇ ਉਸਦੇ ਮਿੱਤਰ ਹਨ, ਉਹਨਾਂ ਦੀ ਸੋਚ ਅਲੱਗ ਹੈ। ਉਹਨਾਂ ਦੀ ਦਲੀਲ ਇਹ ਹੈ ਕਿ ਪਰਮੇਸ਼ਵਰ ਨਿਆਂਕਾਰ ਹੈ, ਜਿਸ ਦਾ ਅਰਥ ਇਹ ਹੈ ਕਿ ਪਰਮੇਸ਼ਵਰ ਹਮੇਸ਼ਾ ਸੰਸਾਰ ਨੂੰ ਇਸੇ ਤਰ੍ਹਾਂ ਨਿਆਂ ਨਾਲ ਚਲਾਉਂਦਾ ਹੈ, ਅਤੇ ਇਸ ਲਈ ਉਹ ਇਸ ਸਿੱਟੇ ਤੇ ਪਹੁੰਚਦੇ ਹਨ ਕਿ ਪਰਮੇਸ਼ਵਰ ਨਹੀਂ ਸਗੋਂ ਅਯੂਬ ਦੋਸ਼ੀ ਹੈ। ਅਯੂਬ ਨੇ ਜ਼ਰੂਰ ਕੁਝ ਇਸ ਤਰ੍ਹਾਂ ਦਾ ਕੀਤਾ ਹੋਵੇਗਾ ਜਿਸ ਦੇ ਕਾਰਨ ਪਰਮੇਸ਼ਵਰ ਨੇ ਉਸ ਨੂੰ ਇਸ ਤਰ੍ਹਾਂ ਦਾ ਦੰਡ ਦਿੱਤਾ ਹੈ। ਉਹ ਉਹਨਾਂ ਸੰਭਵ ਪਾਪਾਂ ਨੂੰ ਗਿਣਾਉਣਾ ਸ਼ੁਰੂ ਕਰਦੇ ਹਨ ਜਿਨ੍ਹਾਂ ਨੂੰ ਅਯੂਬ ਨੇ ਜ਼ਰੂਰ ਕੀਤਾ ਹੋਵੇਗਾ। ਅਯੂਬ ਨੇ ਇਹਨਾਂ ਸਭਨਾਂ ਦਾ ਵਿਰੋਧ ਕੀਤਾ। ਅਸਲ ਵਿੱਚ ਉਹ ਮਿੱਤਰਾਂ ਤੋਂ ਇੰਨਾ ਤੰਗ ਆ ਜਾਂਦਾ ਹੈ ਕਿ ਉਹ ਆਖਿਰਕਾਰ ਉਹਨਾਂ ਨੂੰ ਛੱਡ ਦਿੰਦਾ ਹੈ। ਉਹ ਇਸ ਮੁੱਦੇ ਨੂੰ ਸਿੱਧਾ ਪਰਮੇਸ਼ਵਰ ਦੇ ਕੋਲ ਲਿਆਉਂਦਾ ਹੈ। ਹੁਣ ਇੱਥੇ ਧਿਆਨ ਦੇਣ ਯੋਗ ਹੈ ਕਿ ਅਯੂਬ ਇਹਨਾਂ ਕਵਿਤਾਵਾਂ ਵਿੱਚ ਭਾਵਨਾਤਮਕ ਉਤਾਰ ਚੜਾਅ ਚੋਂ ਹੋ ਕੇ ਲੰਘ ਰਿਹਾ ਸੀ। ਉਹ ਸੋਚਦਾ ਸੀ ਕਿ ਪਰਮੇਸ਼ਵਰ ਨਿਆਂਕਾਰ ਹੈ, ਪਰ ਹੁਣ ਉਸਦੇ ਦੁੱਖਾਂ ਦੇ ਨਾਲ ਇਹ ਗੱਲ ਸਵੀਕਾਰ ਕਰਨੀ ਔਖੀ ਹੋ ਚੁੱਕੀ ਹੈ, ਅਤੇ ਇਸ ਲਈ ਕੁਝ ਭੜਕਦੇ ਪਲਾਂ ਵਿੱਚ ਅਯੂਬ ਪਰਮੇਸ਼ਵਰ ਤੇ ਧੱਕਾ ਕਰਨ ਦਾ ਦੋਸ਼ ਲਗਾਉਂਦਾ ਹੈ। ਇੱਕ ਵਾਰ ਤਾਂ ਉਹ ਘੋਸ਼ਿਤ ਵੀ ਕਰ ਦਿੰਦਾ ਹੈ ਕਿ ਪਰਮੇਸ਼ਵਰ ਹੀ ਇਸ ਸੰਸਾਰ ਤੇ ਘਿਨਾਉਣ ਦਾ ਰਚਣ ਵਾਲਾ ਹੈ, ਪਰ ਜਿਸ ਪਲ ਉਹ ਉਸ ਵਿਚਾਰ ਨੂੰ ਮੂੰਹ ਤੇ ਲਿਆਉਂਦਾ ਹੈ ਤਾਂ ਉਹ ਡਰ ਜਾਂਦਾ ਹੈ, ਕਿਉਂਕਿ ਉਹ ਆਸ ਅਤੇ ਵਿਸ਼ਵਾਸ ਕਰਨਾ ਚਾਹੁੰਦਾ ਸੀ ਕਿ ਪਰਮੇਸ਼ਵਰ ਸੱਚਮੁੱਚ ਨਿਆਂਕਾਰ ਹੈ। ਇਸ ਭਾਗ ਵਿੱਚ ਅਯੂਬ ਸਭ ਜਗ੍ਹਾ ਹੈ, ਅਤੇ ਇਸ ਤਰ੍ਹਾਂ ਉਹ ਆਪਣੇ ਨਿਰਦੋਸ਼ ਹੋਣ ਦਾ ਇੱਕ ਆਖਰੀ ਬਿਆਨ ਦਿੰਦਾ ਹੈ, ਅਤੇ ਫਿਰ ਉਹ ਮੰਗ ਕਰਦਾ ਹੈ ਕਿ ਪਰਮੇਸ਼ਵਰ ਵਿਅਕਤੀਗਤ ਰੂਪ ਨਾਲ ਆ ਕੇ ਆਪਣੇ ਕੰਮਾਂ ਨੂੰ ਸਪਸ਼ਟ ਕਰੇ। ਹੁਣ ਇਸ ਬਿੰਦੂ ਤੋਂ ਅਚਾਨਕ ਇੱਕ ਮਿੱਤਰ ਪ੍ਰਗਟ ਹੁੰਦਾ ਹੈ ਜਿਸ ਦਾ ਨਾਮ ਬੂਜੀ ਅਲੀਹੂ ਹੈ। ਇਹ ਵੀ ਇਸਰਾਇਲੀ ਨਹੀਂ ਹੈ, ਪਰ ਉਸ ਦਾ ਨਾਮ ਇਬਰਾਨੀ ਹੈ, ਅਤੇ ਅਲੀਹੂ ਦੀ ਵੀ ਧਾਰਨਾ ਅਯੂਬ ਦੇ ਮਿੱਤਰਾਂ ਵਾਂਗ ਹੀ ਸੀ। ਉਹ ਤਰਕ ਦਿੰਦਾ ਹੈ ਕਿ ਪਰਮੇਸ਼ਵਰ ਨਿਆਂਕਾਰ ਹੈ, ਜਿਸ ਦਾ ਅਰਥ ਇਹ ਹੈ ਕਿ ਪਰਮੇਸ਼ਵਰ ਸੰਸਾਰ ਨੂੰ ਹਮੇਸ਼ਾ ਨਿਆਂ ਨਾਲ ਚਲਾਉਂਦਾ ਹੈ। ਪਰ ਫਿਰ ਅਲੀਹੂ ਇਸ ਵਿਸ਼ੇ ਤੋਂ ਇੱਕ ਜ਼ਿਆਦਾ ਵਿਵੇਕੀ ਸਿੱਟਾ ਕੱਢਦਾ ਹੈ ਕਿ ਭਲੇ ਲੋਕ ਦੁੱਖ ਕਿਉਂ ਸਹਿੰਦੇ ਹਨ। ਹੋ ਸਕਦਾ ਹੈ ਇਹ ਪਿਛਲੇ ਪਾਪਾਂ ਦੀ ਸਜ਼ਾ ਨਾ ਹੋਵੇ। ਸੰਭਵ ਹੈ ਕਿ ਭਵਿੱਖ ਵਿੱਚ ਪਾਪ ਤੋਂ ਬਚਾਉਣ ਦੇ ਲਈ ਦੁੱਖਾਂ ਨੂੰ ਇੱਕ ਚੇਤਾਵਨੀ ਦੇ ਰੂਪ ਵਿੱਚ ਭੇਜਿਆ ਹੋ ਸਕਦਾ ਹੈ ਕਿ ਪਰਮੇਸ਼ਵਰ ਲੋਕਾਂ ਦੇ ਚਰਿੱਤਰ ਦਾ ਨਿਰਮਾਣ ਕਰਨ ਲਈ ਜਾਂ ਉਹਨਾਂ ਨੂੰ ਮਹੱਤਵਪੂਰਨ ਸਬਕ ਸਿਖਾਉਣ ਦੇ ਲਈ ਦਰਦ ਜਾਂ ਦੁੱਖ ਦਾ ਪ੍ਰਯੋਗ ਕਰੇ। ਅਲੀਹੂ ਇਹ ਜਾਣਨ ਦਾ ਦਾਅਵਾ ਨਹੀਂ ਕਰਦਾ ਕਿ ਅਯੂਬ ਉੱਤੇ ਦੁੱਖ ਕਿਉਂ ਆਏ, ਪਰ ਉਸ ਨੂੰ ਇੱਕ ਗੱਲ ਦਾ ਪੱਕੀ ਤੌਰ ਤੇ ਪਤਾ ਹੈ ਕਿ ਪਰਮੇਸ਼ਵਰ ਤੇ ਘਿਨਾਉ ਦਾ ਦੋਸ਼ ਲਗਾਉਣ ਵਿੱਚ ਅਯੂਬ ਗਲਤ ਹੈ। ਅਯੂਬ ਅਲੀਹੂ ਨੂੰ ਜਵਾਬ ਨਹੀਂ ਦਿੰਦਾ ਅਤੇ ਗੱਲਬਾਤ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਪੁਰਖਿਆਂ ਦੇ ਗਿਆਨ ਦਾ ਭੰਡਾਰ ਖਤਮ ਹੋ ਗਿਆ ਹੈ, ਪਰ ਭੇਤ ਹੁਣ ਵੀ ਬਰਕਰਾਰ ਹੈ। ਅਤੇ ਫਿਰ ਅਚਾਨਕ ਪਰਮੇਸ਼ਵਰ ਵਾਵਰੋਲੇ ਵਿੱਚੋਂ ਦਿਖਾਈ ਦਿੰਦਾ ਹੈ ਅਤੇ ਵਿਅਕਤੀਗਤ ਰੂਪ ਨਾਲ ਅਯੂਬ ਨੂੰ ਜਵਾਬ ਦਿੰਦਾ ਹੈ। ਪਹਿਲਾਂ ਉਹ ਅਯੂਬ ਦੇ ਉਸ ਦੋਸ਼ ਦਾ ਉੱਤਰ ਦਿੰਦਾ ਹੈ ਕਿ ਉਹ ਸੰਸਾਰ ਨੂੰ ਚਲਾਉਣ ਵਿੱਚ ਨਿਆਂਹੀਨ ਅਤੇ ਅਯੋਗ ਹੈ, ਤਾਂ ਪਰਮੇਸ਼ਵਰ ਅਯੂਬ ਨੂੰ ਵਾਸਤਵਿਕ ਬ੍ਰਹਿਮੰਡ ਦੀ ਸੈਰ ਤੇ ਲੈ ਜਾਂਦਾ ਹੈ ਅਤੇ ਉਸ ਨੂੰ ਸੰਸਾਰ ਦੀ ਉਤਪਤੀ ਅਤੇ ਵਿਵਸਥਾ ਦੇ ਵਿਖੇ ਸਵਾਲ ਪੁੱਛਣਾ ਸ਼ੁਰੂ ਕਰ ਦਿੰਦਾ ਹੈ। ਕੀ ਅਯੂਬ ਉੱਥੇ ਸੀ ਜਦੋਂ ਪਰਮੇਸ਼ਵਰ ਨੇ ਧਰਤੀ ਦੀ ਉਤਪਤੀ ਦੀ ਨੀਂਹ ਰੱਖੀ ਜਾਂ ਤਾਰਿਆਂ ਨੂੰ ਤਰਤੀਬ ਵਿੱਚ ਬੁਣਿਆ? ਕੀ ਅਯੂਬ ਨੇ ਆਪਣੇ ਦਿਨਾਂ ਵਿੱਚ ਕਦੀ ਸਵੇਰ ਉੱਤੇ ਹੁਕਮ ਦਿੱਤਾ ਜਾਂ ਤੈਂ ਸਾਂਝਰੇ ਨੂੰ ਉਹਦਾ ਥਾਂ ਸਿਖਾਇਆ? ਸੰਸਾਰ ਦੇ ਇਹਨਾਂ ਸਾਰੇ ਵੇਰਵਿਆਂ ਉੱਤੇ ਪਰਮੇਸ਼ਵਰ ਦਾ ਧਿਆਨ ਹੈ, ਜਿਨ੍ਹਾਂ ਦੇ ਵਿਖੇ ਅਯੂਬ ਨੇ ਕਦੀ ਕਲਪਨਾ ਵੀ ਨਹੀਂ ਕੀਤੀ। ਫਿਰ ਪਰਮੇਸ਼ਵਰ ਪਹਾੜੀ ਬੱਕਰੀਆਂ ਦੀ ਚਾਰਗਾਹੀ ਦੀਆਂ ਆਦਤਾਂ ਦਾ ਅਤੇ ਹਿਰਨੀ ਕਿਸ ਤਰ੍ਹਾਂ ਜਨਮ ਦਿੰਦੀ ਹੈ ਅਤੇ ਸ਼ੇਰਾਂ ਅਤੇ ਜੰਗਲੀ ਖੋਤਿਆਂ ਦੀ ਖੁਰਾਕ ਦਾ ਵਿਸਤਾਰ ਨਾਲ ਵਰਣਨ ਕਰਦਾ ਹੈ। ਇਸ ਸਭ ਦਾ ਕੀ ਅਰਥ ਹੈ? ਅਯੂਬ ਅਤੇ ਉਸਦੇ ਮਿੱਤਰਾਂ ਦੀ ਪਹਿਲੀ ਧਾਰਨਾ ਨੂੰ ਯਾਦ ਰੱਖੋ ਕਿ ਪਰਮੇਸ਼ਵਰ ਦੁਆਰਾ ਨਿਆਂ ਨਾਲ ਸੰਸਾਰ ਨੂੰ ਚਲਾਉਣਾ ਕਿਸ ਤਰ੍ਹਾਂ ਦਾ ਲੱਗਦਾ ਹੈ। ਉਸ ਧਾਰਨਾ ਦੇ ਤਹਿਤ ਇੱਕ ਹੋਰ ਡੂੰਘੀ ਧਾਰਨਾ ਹੈ ਕਿ ਅਯੂਬ ਅਤੇ ਉਹਦੇ ਮਿੱਤਰਾਂ ਦੇ ਕੋਲ ਜੀਵਨ ਦੇ ਵਿਸ਼ੇ ਵਿੱਚ ਵਧੇਰੇ ਗਿਆਨ ਸੀ, ਜਿਸ ਦੇ ਆਧਾਰ ਤੇ ਉਹ ਦ੍ਰਿੜਤਾ ਨਾਲ ਇਹ ਕਹਿ ਰਹੇ ਸਨ ਕਿ ਪਰਮੇਸ਼ਵਰ ਨੂੰ ਸੰਸਾਰ ਕਿਸ ਤਰ੍ਹਾਂ ਚਲਾਉਣਾ ਚਾਹੀਦਾ ਹੈ। ਅਤੇ ਇਹ ਵਾਸਤਵਿਕ ਬ੍ਰਹਿਮੰਡ ਸੈਰ ਦੌਰਾਨ ਪਰਮੇਸ਼ਵਰ ਦਾ ਉੱਤਰ ਇਹਨਾਂ ਸਭ ਧਾਰਨਾਵਾਂ ਦਾ ਖੰਡਨ ਕਰ ਦਿੰਦਾ ਹੈ। ਸਭ ਤੋਂ ਪਹਿਲਾਂ ਇਹ ਦਿਖਾਉਂਦਾ ਹੈ ਕਿ ਸੰਸਾਰ ਇੱਕ ਵਿਸ਼ਾਲ ਗੁੰਝਲਦਾਰ ਸਥਾਨ ਹੈ ਅਤੇ ਪਰਮੇਸ਼ਵਰ ਦੀਆਂ ਅੱਖਾਂ ਸਭ ਜਗ੍ਹਾ ਲੱਗੀਆਂ ਰਹਿੰਦੀਆਂ ਹਨ, ਹਰੇਕ ਗੱਲ ਵਿੱਚ। ਦੂਜੇ ਪਾਸੇ ਅਯੂਬ ਦੇ ਕੋਲ ਆਪਣੇ ਜੀਵਨ ਦੇ ਤਜਰਬਿਆਂ ਦੀ ਇੱਕ ਛੋਟੀ ਜਿਹੀ ਸੀਮਾ ਹੈ। ਸੰਸਾਰ ਦੇ ਪ੍ਰਤੀ ਉਸ ਦਾ ਜੀਵਨ ਬਹੁਤ ਸੀਮਿਤ ਹੈ, ਅਤੇ ਇਸ ਲਈ ਅਯੂਬ ਦੇ ਨਜ਼ਰੀਏ ਤੋਂ ਜੋ ਈਸ਼ਵਰੀ ਅਨਿਆਂ ਵਾਂਗ ਦਿਖਦਾ ਹੈ, ਉਸ ਨੂੰ ਬਹੁਤ ਵੱਡੇ ਪੱਖ ਤੋਂ ਵੇਖਿਆ ਜਾਣਾ ਚਾਹੀਦਾ ਹੈ। ਅਯੂਬ ਅਸਲ ਵਿੱਚ ਪਰਮੇਸ਼ਵਰ ਤੇ ਇੰਨਾ ਵੱਡਾ ਆਰੋਪ ਲਗਾਉਣ ਦੀ ਸਥਿਤੀ ਵਿੱਚ ਨਹੀਂ ਹੈ। ਵਾਸਤਵਿਕ ਸੈਰ ਤੋਂ ਬਾਅਦ ਪਰਮੇਸ਼ਵਰ ਅਯੂਬ ਤੋਂ ਪੁੱਛਦਾ ਹੈ ਕਿ ਉਹ ਇੱਕ ਦਿਨ ਦੇ ਲਈ ਨਿਆਂ ਦੇ ਸਖਤ ਸਿਧਾਂਤ ਦੇ ਅਨੁਸਾਰ ਸੰਸਾਰ ਨੂੰ ਚਲਾਉਣਾ ਚਾਹੁੰਦਾ ਹੈ, ਜਿਸ ਤਰ੍ਹਾਂ ਅਯੂਬ ਅਤੇ ਉਸ ਦੇ ਮਿੱਤਰ ਸੋਚਦੇ ਹਨ। ਹਰ ਪਲ ਹਰ ਵਿਅਕਤੀ ਦੇ ਬੁਰੇ ਕੰਮ ਦੀ ਸਜ਼ਾ ਦੇਣਾ। ਸੱਚ ਇਹ ਹੈ ਕਿ ਸਾਡੇ ਵਾਂਗ ਸੰਸਾਰ ਵਿੱਚ ਨਿਆਂ ਕਰਨਾ ਬਹੁਤ ਗੁੰਝਲਦਾਰ ਹੈ। ਇਹ ਇੰਨਾ ਸਾਦਾ ਨਹੀਂ ਹੈ ਜਿਸ ਤਰ੍ਹਾਂ ਅਯੂਬ ਅਤੇ ਉਸ ਦੇ ਮਿੱਤਰ ਸੋਚਦੇ ਸਨ। ਇਹ ਸਾਨੂੰ ਪਰਮੇਸ਼ਵਰ ਦੇ ਆਖਰੀ ਬਿੰਦੂ ਦੀ ਵੱਲ ਲੈ ਜਾਂਦਾ ਹੈ। ਉਹ ਇੱਥੇ ਦੋ ਪ੍ਰਭਾਵਸ਼ਾਲੀ ਜੰਤੂ
ਬੇਹੇਮੋਤ ਅਤੇ ਲਿਵਿਆਥਾਨ ਵਰਣਨ ਹੁੰਦੇ ਹਨ, ਜਿਨ੍ਹਾਂ ਨੂੰ ਕੁਝ ਲੋਕ ਸੋਚਦੇ ਹਨ ਕਿ ਇਹ ਦਰਿਆਈ ਘੋੜੇ ਅਤੇ ਮਗਰਮੱਛ ਦਾ ਕਾਵਿਕ ਚਿੱਤਰਨ ਹੈ, ਪਰ ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਉਹ ਪ੍ਰਾਚੀਨ ਪੂਰਬੀ ਨੇੜੇ ਪੁਰਾਣੀਆਂ ਕਥਾਵਾਂ ਵਿੱਚ ਵਰਤੇ ਜਾਂਦੇ ਜੰਤੂ ਹਨ, ਜਿਨ੍ਹਾਂ ਦਾ ਇਸਤੇਮਾਲ ਬਾਈਬਲ ਵਿੱਚ ਕੁਝ ਜਗ੍ਹਾ ਤੇ ਕੀਤਾ ਗਿਆ ਹੈ, ਜੋ ਪਰਮੇਸ਼ਵਰ ਦੇ ਭਲੇ ਸੰਸਾਰ ਵਿੱਚ ਮੌਜੂਦ ਗੜਬੜੀ ਅਤੇ ਖਤਰੇ ਦੇ ਪ੍ਰਤੀਕ ਹਨ। ਇਹ ਜੰਤੂ ਬੁਰੇ ਨਹੀਂ ਹਨ। ਪਰਮੇਸ਼ਵਰ ਨੂੰ ਅਸਲ ਵਿੱਚ ਉਹਨਾਂ ਤੇ ਮਾਣ ਹੈ, ਪਰ ਉਹ ਵੀ ਸੁਰੱਖਿਅਤ ਨਹੀਂ ਹਨ। ਮੁੱਦਾ ਇਹ ਹੈ ਕਿ ਪਰਮੇਸ਼ਵਰ ਦਾ ਸੰਸਾਰ ਪ੍ਰਭਾਵਸ਼ਾਲੀ ਹੈ ਅਤੇ ਬਹੁਤ ਵਧੀਆ ਹੈ, ਪਰ ਇਹ ਬਿਲਕੁਲ ਸੰਪੂਰਨ ਅਤੇ ਸੁਰੱਖਿਅਤ ਸਥਾਨ ਨਹੀਂ ਹੈ। ਪਰਮੇਸ਼ਵਰ ਦੇ ਸੰਸਾਰ ਵਿੱਚ ਵਿਵਸਥਾ ਅਤੇ ਸੁੰਦਰਤਾ ਹੈ, ਪਰ ਇਹ ਨਾਲ ਹੀ ਜੰਗਲੀ ਅਤੇ ਕਈ ਵਾਰ ਖਤਰਨਾਕ ਵੀ ਹੈ, ਇਹਨਾਂ ਦੋ ਵਿਲੱਖਣ ਜੰਤੂਆਂ ਦੇ ਵਾਂਗ। ਅਤੇ ਹੁਣ ਅਸੀਂ ਅਯੂਬ ਦੇ ਦੁੱਖ ਬਾਰੇ ਵੱਡੇ ਸਵਾਲ ਤੇ ਆਉਂਦੇ ਹਾਂ। ਪਰਮੇਸ਼ਵਰ ਦੇ ਸੰਸਾਰ ਵਿੱਚ ਦੁੱਖ ਕਿਉਂ ਹੈ, ਚਾਹੇ ਉਹ ਭੁਚਾਲ ਤੋਂ ਹੋਵੇ ਜਾਂ ਜੰਗਲੀ ਜਾਨਵਰਾਂ ਤੋਂ ਜਾਂ ਹੋਰ ਮਨੁੱਖਾਂ ਤੋਂ। ਪਰਮੇਸ਼ਵਰ ਇਸ ਕਿਉਂ ਦਾ ਜਵਾਬ ਨਹੀਂ ਦਿੰਦਾ, ਪਰ ਜੋ ਉਹ ਕਹਿੰਦਾ ਹੈ ਉਹ ਇਹ ਹੈ ਕਿ ਅਸੀਂ ਬਹੁਤ ਗੁੰਝਲਦਾਰ ਅਤੇ ਹੈਰਾਨੀਜਨਕ ਸੰਸਾਰ ਵਿੱਚ ਰਹਿੰਦੇ ਹਾਂ, ਜਿਸ ਨੂੰ ਇਸ ਪੜਾਅ ਤੇ ਘੱਟੋ-ਘੱਟ ਦੁੱਖਾਂ ਨੂੰ ਰੋਕਣ ਲਈ ਤਿਆਰ ਨਹੀਂ ਕੀਤਾ ਗਿਆ ਹੈ, ਅਤੇ ਇਹ ਪਰਮੇਸ਼ਵਰ ਦਾ ਜਵਾਬ ਹੈ। ਅਯੂਬ ਪਰਮੇਸ਼ਵਰ ਦੇ ਨਿਆਂ ਨੂੰ ਚੁਣੌਤੀ ਦਿੰਦਾ ਹੈ। ਪਰਮੇਸ਼ਵਰ ਜਵਾਬ ਦਿੰਦਾ ਹੈ ਕਿ ਅਯੂਬ ਦੇ ਕੋਲ ਇਸ ਸੰਸਾਰ ਦੇ ਬਾਰੇ ਦ੍ਰਿੜਤਾ ਨਾਲ ਗੱਲ ਕਰਨ ਲਈ ਵਧੇਕ ਗਿਆਨ ਨਹੀਂ ਹੈ। ਅਯੂਬ ਪਰਮੇਸ਼ਵਰ ਕੋਲ ਸੰਪੂਰਨ ਸਪਸ਼ਟੀਕਰਨ ਦੀ ਮੰਗ ਕਰਦਾ ਹੈ, ਅਤੇ ਪਰਮੇਸ਼ਵਰ ਅਯੂਬ ਨੂੰ ਉਸ ਦੀ ਬੁੱਧੀ ਅਤੇ ਚਰਿੱਤਰ ਤੇ ਭਰੋਸਾ ਰੱਖਣ ਲਈ ਕਹਿੰਦਾ ਹੈ। ਅਤੇ ਫਿਰ ਅਯੂਬ ਨਿਮਰਤਾ ਅਤੇ ਤੋਬਾ ਭਾਵ ਨਾਲ ਜਵਾਬ ਦਿੰਦਾ ਹੈ। ਉਹ ਪਰਮੇਸ਼ਵਰ ਤੇ ਦੋਸ਼ ਲਗਾਉਣ ਲਈ ਮਾਫੀ ਮੰਗਦਾ ਹੈ ਅਤੇ ਸਵੀਕਾਰ ਕਰਦਾ ਹੈ ਕਿ ਉਸਨੇ ਆਪਣੀ ਸੀਮਾ ਨੂੰ ਪਾਰ ਕੀਤਾ ਹੈ। ਫਿਰ ਕਿਤਾਬ ਅਚਾਨਕ ਇਸ ਸਿੱਟੇ ਨਾਲ ਸਮਾਪਤ ਹੁੰਦੀ ਹੈ। ਸਭ ਤੋਂ ਪਹਿਲਾਂ ਪਰਮੇਸ਼ਵਰ ਕਹਿੰਦਾ ਹੈ ਕਿ ਉਹ ਮਿੱਤਰ ਗਲਤ ਸਨ। ਪਰਮੇਸ਼ਵਰ ਦੇ ਨਿਆਂ ਦੇ ਬਾਰੇ ਜੋ ਉਹਨਾਂ ਦੇ ਵਿਚਾਰ ਸਨ ਬਹੁਤ ਸਹਿਜ ਸਨ, ਅਤੇ ਉਹ ਸੰਸਾਰ ਦੀ ਵਿਸ਼ਾਲਤਾ ਜਾਂ ਪਰਮੇਸ਼ਵਰ ਦੇ ਗਿਆਨ ਦੇ ਲਈ ਸੱਚੇ ਨਹੀਂ ਸਨ। ਅਤੇ ਫਿਰ ਪਰਮੇਸ਼ਵਰ ਕਹਿੰਦਾ ਹੈ ਕਿ ਅਯੂਬ ਨੇ ਮੇਰੇ ਬਾਰੇ ਸਹੀ ਕਿਹਾ ਹੈ। ਹੁਣ ਇਹ ਹੈਰਾਨੀਜਨਕ ਹੈ, ਕਿਉਂਕਿ ਇਹ ਉਹਨਾਂ ਸਭਨਾਂ ਗੱਲਾਂ ਤੇ ਸਟੀਕ ਨਹੀਂ ਬੈਠਦਾ ਜੋ ਅਯੂਬ ਨੇ ਕੀਤੀਆਂ ਸਨ। ਮੇਰਾ ਮਤਲਬ, ਅਸੀਂ ਜਾਣਦੇ ਹਾਂ ਕਿ ਅਯੂਬ ਨੇ ਜਲਦਬਾਜ਼ੀ ਵਿੱਚ ਕੁਝ ਗਲਤ ਸਿੱਟੇ ਕੱਢੇ, ਪਰ ਫਿਰ ਵੀ ਪਰਮੇਸ਼ਵਰ ਅਯੂਬ ਦੇ ਇਸ ਸੰਘਰਸ਼ ਨੂੰ ਸਵੀਕਾਰ ਕਰਦਾ ਹੈ। ਅਯੂਬ ਪਰਮੇਸ਼ਵਰ ਦੇ ਸਾਹਮਣੇ ਆਪਣੀਆਂ ਸਭ ਭਾਵਨਾਵਾਂ ਅਤੇ ਦੁੱਖਾਂ ਨਾਲ ਇਮਾਨਦਾਰੀ ਦੇ ਨਾਲ ਆਉਂਦਾ ਹੈ ਅਤੇ ਸਿਰਫ ਪਰਮੇਸ਼ਵਰ ਨਾਲ ਗੱਲ ਕਰਨੀ ਚਾਹੁੰਦਾ ਹੈ। ਅਤੇ ਪਰਮੇਸ਼ਵਰ ਕਹਿੰਦਾ ਹੈ ਕਿ ਇਹਨਾਂ ਸਭ ਗੱਲਾਂ ਵਿੱਚੋਂ ਇਹੀ ਸਹੀ ਤਰੀਕਾ ਹੈ। ਪ੍ਰਾਰਥਨਾ ਦੇ ਸੰਘਰਸ਼ ਦੁਆਰਾ ਕਿਤਾਬ ਅਯੂਬ ਦੀ ਤੰਦਰੁਸਤੀ, ਉਸ ਦੇ ਪਰਿਵਾਰ ਅਤੇ ਉਸ ਦੀ ਦੌਲਤ ਸਭ ਕੁਝ ਬਹਾਲ ਕਰਨ ਦੇ ਨਾਲ ਸਮਾਪਤ ਹੁੰਦੀ ਹੈ, ਜੋ ਚੰਗੇ ਵਿਹਾਰ ਦੇ ਇਨਾਮ ਵਜੋਂ ਨਹੀਂ ਸਗੋਂ ਪਰਮੇਸ਼ਵਰ ਦੀ ਉਦਾਰਤਾ ਦੀ ਭੇਟ ਵਜੋਂ ਸੀ। ਅਤੇ ਇਹ ਕਿਤਾਬ ਦਾ ਅੰਤ ਹੈ। ਸੋ ਅਯੂਬ ਦੀ ਕਿਤਾਬ ਇਸ ਪਹੇਲੀ ਨੂੰ ਨਹੀਂ ਸੁਲਝਾਉਂਦੀ ਕਿ ਭਲੇ ਲੋਕਾਂ ਦੇ ਨਾਲ ਬੁਰਾ ਕਿਉਂ ਹੁੰਦਾ ਹੈ, ਸਗੋਂ ਸਾਨੂੰ ਸੱਦਾ ਦਿੰਦੀ ਹੈ ਕਿ ਜਦੋਂ ਅਸੀਂ ਦੁੱਖ ਭੋਗਦੇ ਹਾਂ, ਇਸ ਦੇ ਕਾਰਨ ਲੱਭਣ ਦੀ ਬਜਾਏ ਸਾਨੂੰ ਪਰਮੇਸ਼ਵਰ ਦੀ ਬੁੱਧੀ ਤੇ ਭਰੋਸਾ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਕਾਰਨਾਂ ਦੀ ਖੋਜ ਕਰਦੇ ਹਾਂ ਤਾਂ ਅਸੀਂ ਜਾਂ ਤਾਂ ਪਰਮੇਸ਼ਵਰ ਨੂੰ ਆਮ ਬਣਾ ਦਿੰਦੇ ਹਾਂ, ਜਿਸ ਤਰ੍ਹਾਂ ਦੋਸਤਾਂ ਨੇ ਕੀਤਾ, ਜਾਂ ਫਿਰ ਅਯੂਬ ਦੀ ਤਰ੍ਹਾਂ ਥੋੜੇ ਕੁ ਸਬੂਤਾਂ ਦੇ ਆਧਾਰ ਤੇ ਪਰਮੇਸ਼ਵਰ ਤੇ ਆਰੋਪ ਲਗਾਉਂਦੇ ਹਾਂ। ਅਤੇ ਇਸ ਲਈ ਕਿਤਾਬ ਸਾਨੂੰ ਸੱਦਾ ਦਿੰਦੀ ਹੈ ਕਿ ਅਸੀਂ ਇਮਾਨਦਾਰੀ ਨਾਲ ਪਰਮੇਸ਼ਵਰ ਦੇ ਸਾਹਮਣੇ ਆਪਣੀਆਂ ਪੀੜਾਂ ਅਤੇ ਦੁੱਖਾਂ ਨੂੰ ਲੈ ਜਾਈਏ ਅਤੇ ਭਰੋਸਾ ਰੱਖੀਏ ਕਿ ਪਰਮੇਸ਼ਵਰ ਅਸਲ ਵਿੱਚ ਸਾਡਾ ਧਿਆਨ ਰੱਖਦਾ ਹੈ। ਅਤੇ ਇਹੀ ਹੈ ਜੋ ਅਯੂਬ ਦੀ ਕਿਤਾਬ ਦੇ ਬਾਰੇ ਹੈ।